वाहेगुरु जी, वाहेगुरु जी, वाहेगुरु जी, वाहेगुरु जी, वाहेगुरु जी, वाहेगुरु, वाहेगुरु जी, वाहेगुरु, वाहेगुरु जी, वाहेगुरु, वाहेगुरु जी, वाहेगुरु जी, वाहेगुरु जी, वाहेगुरु जी, वाहेगुरु, वाहेगुरु जी, वाहेगुरु, वाहेगुरु जी, वाहेगुरु जी, वाहेगुरु जी, वाहेगुरु जी, वाहेगुरु जी, वाहेगुरु, वाहेगुरु जी, वाहेगुरु, वाहेगुरु जी। जिथे जाए कहे मेरा सतगुरु, सुल्तान सुहावा राम राजे। गुर सिखी सुल्तान पालिया, लै तू मुख लावै। गुर सिखा की गल थाए पई, जिन गल नाम ते आवै। जन नानक सतगुर पूजया, जन नानक सतगुर पूजया। जन घर पूज करावा। वो जिथे बैठ के सुखा दे दाते, धन धन करे तारा।
ਸਾਥੀਓ, ਸੁਭਾਗੀਆਂ ਘੜੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠਣ ਦੀਆਂ ਪ੍ਰਾਪਤ ਹੋਈਆਂ। ਆਪਾਂ ਬਾਣੀ ਦੀ ਪੰਕਤੀ ਪੜ੍ਹੀ ਹੈ, ਸੇ ਜੰਤ ਭੈ ਖਰੀਆਵਲੇ ਕਿਹੜੇ। ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਆ ਮੈਨੂੰ ਭਾਗ ਲੱਗ ਜਾਂਦੇ ਆ। ਜਿਨੀ ਮੇਰਾ ਸਤਿਗੁਰ ਦੇਖਿਆ ਜਾਏ, ਦੇਖੇ ਦਾ ਮਤਲਬ ਦਰਸ਼ਨ ਕੀਤੇ ਗੁਰੂ ਦੇ। ਸੇ ਧਰਤੀ ਪਈ ਹਰਿਆਵਲੀ। ਧਰਤੀ ਨੂੰ ਕਦੋਂ ਭਾਗ ਲੱਗਦੇ ਆ? ਧਰਤੀ ਨੂੰ ਉਦੋਂ ਭਾਗ ਲੱਗਦੇ ਆ ਜਦੋਂ ਸਤਿਗੁਰੂ ਜੀ ਚਰਨ ਪਾ ਦੇਣ। ਜਿੰਨਾ ਚਿਰ ਗੁਰੂ ਚਰਨ ਨਾ ਪਾਵੇ ਤੇ ਉਹਨਾਂ ਚਿਰ ਫਿਰ ਬਾਣੀ ਦੀ ਪੰਕਤੀ ਹੈ, ਜਿੱਥਾ ਨਾਮ ਨਾ ਜਪਿਆ ਮੇਰੇ ਗੋਇੰਦਾ ਸੇ ਨਗਰ ਅਜਾੜੀ ਜਿਉ। ਕਿਉਂ ਲੱਗਦਾ ਵੀ ਅਜਾੜੀ ਪਿਆ? ਜਿੱਥੇ ਗੁਰੂ ਦੇ ਚਰਨ ਨਾ ਪੈਣ। ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ। ਅੱਜ ਦਾ ਦਿਹਾੜਾ ਬੜਾ ਭਾਗਾਂ ਵਾਲਾ ਹੈ ਤੇ ਗੁਰੂ ਨੇ ਆਪਾਂ ਨੂੰ ਅੱਜ ਸਮਾਂ ਸਫਲਾ ਕਰਨ ਵਾਸਤੇ ਅਸਭਾਗਾ ਸਮਾਂ ਬਖਸ਼ਿਆ। ਆਮ ਤਾਂ ਸਮਾਂ ਪਾਸ ਹੁੰਦਾ ਘਰਾਂ 'ਚ, ਕੰਮਾਂ 'ਚ ਸਮਾਂ ਪਾਸ ਹੁੰਦਾ। ਗੁਰੂ ਆ ਇੱਕ ਜਿਹਦੇ ਕੋਲੇ ਆਣ ਕੇ ਸਮਾਂ ਸਫਲਾ ਹੁੰਦਾ ਤੇ ਜ਼ਿੰਦਗੀ ਦੀਆਂ ਘੜੀਆਂ ਲੇਖੇ 'ਚ ਲੱਗਦੀਆਂ। ਨਹੀਂ ਆਪਾਂ ਜ਼ਿੰਦਗੀ ਖੱਪ ਢੋਈ ਜਾਣਾ, ਕਿਸੇ ਨੇ ਜਵਾਕ ਪਾਲੀ ਜਾਣੇ ਆ, ਕਿਸੇ ਨੇ ਬਿਜ਼ਨਸ ਕਰੀ ਜਾਣਾ, ਕਿਸੇ ਨੇ ਕੋਈ ਕੰਮ ਕਰੀ ਜਾਣਾ। ਇਹ ਪਾਸ ਆ, ਇਹ ਸਫਲਾ ਨਹੀਂ ਹੈ। ਜੇ ਆਪਾਂ ਅੱਗੇ ਮੈਂ ਜਵਾਕ ਪਾਲ ਲੈ, ਖੰਡੀ ਕਿੰਨੀ ਕਿ ਮੈਂ ਤਾਂ ਸੂਬੀ ਪਾਲੀ ਜਾਂਦੀ ਆ। ਜੇ ਕੋਈ ਬੰਦਾ ਕਹੇ ਮੈਂ ਜਵਾਕ ਪਾਲ ਲੈ, ਮੈਂ ਤਾਂ ਆਏ ਕਰ, ਇਹ ਤਾਂ ਸੂਬੀ 18 ਜਵਾਕ ਪਾਲਦੀ ਆ। ਭਗਤ ਤਰਲੋਚਨ ਤਾਂ ਜੋ ਕਹਿੰਦਾ ਜੇ ਜਵਾਕਾਂ ਨੂੰ ਚੇਤੇ ਕਰਦਾ ਮਰ ਗਿਆ ਤਾਂ ਹਾਲ ਸੂਬੀ ਦਾ ਜਨਮ। ਜੇ ਘਰ ਨੂੰ ਚੇਤੇ ਕਰਦਾ ਮਰ ਗਿਆ ਸੱਪ ਬਣ, ਵੈਗੂ ਘਰ ਨੂੰ ਚੇਤੇ ਕਰਦਾ ਮਰ ਗਿਆ ਪ੍ਰੇਤ ਬਣ ਜਾਏਗਾ। ਮਾਇਆ ਨੂੰ ਚੇਤੇ ਕਰਦਾ ਸੱਪ ਬਣ ਜਾਏਗਾ। ਇਸਤਰੀ ਪਤੀ ਨੂੰ ਚੇਤੇ ਕਰਦੀ ਮਰ ਜੇ, ਪਤੀ ਇਸਤਰੀ ਨੂੰ ਬੇਸਵਾ ਦਾ ਜਨਮ ਮਿਲ ਜੂਗਾ। ਬਾਣੀ ਦੀ ਪੰਕਤੀ ਹੈ, ਅੰਤਕਾਲ ਜੋ ਇਸਤਰੀ ਸਿਮਰਾ ਐਸੀ ਚੰਗਾ ਮੈਂ ਜੇ ਮਰਾ, ਬੇਸਵਾ ਜੌਨ ਬਲ ਬਲ ਉਤਰੈ। ਕਹਿੰਦੇ ਉਹ ਇਹ ਜਿਹਾ ਸੁਭਾਗਾ ਸਮਾਂ ਬਣਾ ਲਾ ਕਿਤੇ ਤੇਰੇ ਮਰਨ ਦੇ ਸਮੇਂ ਮੂੰਹ ਦੇ ਵਿੱਚ ਰੱਬ ਦਾ ਨਾ ਹੋਵੇ, ਤੇਰੀ ਮੌਤ ਹੁੰਦੀ ਹੋਵੇ ਤੇ ਤੇਰੇ ਮੂੰਹ ਦੇ ਵਿੱਚ ਰੱਬ ਦਾ ਨਾ ਹੋਵੇ। ਤੇ ਫਿਰ ਇਹ ਜਿਹਾ ਸੁਭਾਗਾ ਸਮਾਂ ਬਣਾ। ਉਹ ਸੁਭਾਗਾ ਸਮਾਂ ਕਦੋਂ ਬਣਦਾ ਹੈ? ਜੇ ਗੁਰੂ ਦੀ ਕਿਰਪਾ ਹੋਵੇ। ਐਵੇਂ ਗੱਲਾਂ ਦਾ ਨਹੀਂ ਬਣਦਾ। ਜੇ ਮੈਂ ਚਾਰ ਗੱਲਾਂ ਤੁਹਾਨੂੰ ਸੁਣਾਣਾ ਮੈਂ ਬਣ ਜੂਗਾ, ਨਹੀਂ ਬਣ ਸਕਦਾ। ਉਹ ਸੁਭਾਗਾ ਸਮਾਂ ਉਦੋਂ ਬਣਦਾ ਜਦੋਂ ਗੁਰੂ ਦੀ ਕਿਰਪਾ ਹੋਵੇ। ਤੇ ਗੁਰੂ ਦੀ ਕਿਰਪਾ ਉਦੋਂ ਹੁੰਦੀ ਹੈ ਜਦੋਂ ਸਤਿਗੁਰ ਕੀ ਸੇਵਾ ਕਾਖੜੀ ਔਖੀ ਤੋਂ ਔਖੀ ਸੇਵਾ ਕਰੇ। ਗੁਰੂ ਤਾਂ ਕਿਰਪਾ ਕਰਦਾ, ਗੱਲਾਂ ਨਾਲ ਨਹੀਂ ਕਿਸੇ ਤੇ ਕਰਦਾ। ਜੇ ਆਪਾਂ ਅੱਗੇ ਵੀ ਗੱਲਾਂ ਨਾਲ ਰੱਬ ਨਹੀਂ ਖੁਸ਼ ਹੁੰਦਾ। ਰੱਬ ਕਾਹਦੇ ਤੇ ਖੁਸ਼ ਹੁੰਦਾ ਹੈ? ਰੱਬ ਸਿੱਖ ਦੀ ਭਾਵਨਾ ਤੇ ਖੁਸ਼ ਹੁੰਦਾ। ਭਾਵਨਾ ਜੇ ਭਾਵਨਾ ਹੀ ਨਾ ਬਣੇ ਤੇ ਸੀਸ ਨਵਾਇਆ ਗਿਆ ਥੀਆ ਜਾਂ ਰਹਿੰਦਾ ਕੁਸਲਾ ਨਵਾਈ ਚੱਲਦੀ ਨੇ ਮਰਜੀ। ਇਹ ਤਾਂ ਸ਼ਿਕਾਰੀ ਵੀ ਸਿਰ ਨਵਾ ਲੈਂਦਾ, ਜਾਨਵਰ ਨੂੰ ਮਾਰਨ ਦੀ ਖਾਤਰ। ਸੁਭਾਗਾ ਸਮਾਂ ਬਣਾਉਣ ਦੀ ਖਾਤਰ ਗੁਰੂ ਦੀ ਖੁਸ਼ੀ ਲੈਣੀ ਪੈਂਦੀ ਹੈ। ਗੁਰੂ ਦੀ ਖੁਸ਼ੀ ਕਦੋਂ ਮਿਲਦੀ ਹੈ? ਆਪ ਗਵਾਈਆ ਤਾਂ ਸ਼ੌ ਪਾਈਆ। ਆਪ ਦੇ ਮਨ ਦੀ ਚੰਚਲਤਾ ਹੀ ਛੱਡਣੀ, ਆਪ ਦੇ ਮਨ ਦਾ ਹੰਕਾਰ ਨੂੰ ਛੱਡਣਾ, ਆਪ ਦੀ ਖੂਮੇ ਨੂੰ ਮਾਰ ਲੈਣਾ ਤੇ ਫਿਰ ਗੁਰੂ ਦੀ ਖੁਸ਼ੀ ਆ ਜਾਂਦੀ ਹੈ। ਗੁਰੂ ਦੀ ਖੁਸ਼ੀ ਲੈਣ ਵਾਸਤੇ सतगुर की सेवा सफल है जे को कर चित लाई। सतगुरां की सेवा करने वास्ते मन नूं टुकाउणा पैंदा, फिर की हो जाता, फिर गुरु खुशियां बख्श दिंदा। जिवें संगतां ने उपराला कीता, आ गुरु घर की इमारत बनी ते अज सतगुरां ने पावन चरण पा के प्रकाश होकर दर्शन दे रहे हैं। मेरा कहने का मतलब है उही जगह जिथे आप खड़ते नहीं सी ते अज आप मत्था टेकते हैं। गुरु की कृपा है, ये गुरु ने मेरा कीतियां। छेवें पातशाह का साधु सी साईं दास, छेवें पातशाह के महल सी माता दमोदरी। माता दमोदरी की भैन सी रामो। रामो साईं दास के घरे ब्याही भी,
ਤੇ ਸਾਈਂ ਦਾਸ ਰਹਿੰਦਾ ਸੀ ਡਰੋਲੀ ਪਿੰਡ, ਜਿਹਨੂੰ ਭਾਈ ਕੀ ਡਰੋਲੀ ਕਹਿੰਦੇ, ਮੋਗੇ ਤੋਂ ਪਰੇ ਆ। ਡਰੋਲੀ ਪਿੰਡ 'ਚ ਸਾਈਂ ਦਾਸ ਰਹਿੰਦਾ ਤੇ ਸਾਈਂ ਦਾਸ ਨੇ ਸੋਚਿਆ ਵੀ ਇਉਂ ਕਰੀਏ, ਆਪਾਂ ਮਕਾਨ ਬਣਾਈਏ। ਜਿਵੇਂ ਆਮ ਲੋਕਾਂ ਨੂੰ ਫੁਰਨਾ ਹੁੰਦਾ ਵੀ ਆਪਾਂ ਕੋਠੀ ਬਣਾਈਏ, ਸਾਈਂ ਦਾਸ ਦੇ ਅੰਦਰ ਵੀ ਫੁਰਨਾ ਬਣ ਗਿਆ ਵੀ ਆਪਾਂ ਮਕਾਨ ਬਣਾਈਏ। ਜਦੋਂ ਚੰਗਾ ਮਕਾਨ ਬਣ ਗਿਆ ਨਾ, ਇੱਕ ਗੱਲ ਚੇਤੇ ਰੱਖਿਓ, ਗੁਰੂ ਤੇ ਸ਼ਰਧਾ ਰੱਖਣ ਵਾਲਾ ਬੰਦਾ ਚੰਗੀ ਤੋਂ ਚੰਗੀ ਚੀਜ਼ ਗੁਰੂ ਨੂੰ ਭੇਟਾ ਦੇ ਕੇ ਰਾਜੀ ਹੈ। ਗੁਰੂ ਤੋਂ ਮੁਨਕਰ ਬੰਦਾ ਮਾੜੀ ਤੋਂ ਮਾੜੀ ਚੀਜ਼, ਥੋੜੇ ਤੋਂ ਛੋਟਾ ਪੈਸਾ ਦੇਖੂਗਾ ਮਹਾਰਾਜ। ਗੁਰੂ ਦਾ ਸ਼ਰਧਾ ਰੱਖਣ ਵਾਲਾ ਬੰਦਾ ਉਹ ਕਹੂਗਾ ਵੀ ਤਨ ਮਨ ਧਨ ਸਭ ਸੌਂਪ ਗੁਰ ਕੋ, ਮੈਂ ਗੁਰੂ ਨੂੰ ਆਪ ਹੀ ਦੇ ਦਿਆ, ਮੈਂ ਗੁਰੂ ਨੂੰ ਆਪ ਹੀ ਦੇ ਦਿਆ। ਕਿਉਂ? ਇਹ ਦਾਤਾਂ ਗੁਰੂ ਨੇ ਦਿੱਤੀਆਂ ਪਈਆਂ। ਕਿਸੇ ਬੰਦੇ ਨੇ ਆਪਦੀ ਸਿਆਣਪਣਾ ਨਹੀਂ ਤੁਹਾਨੂੰ ਇਕੱਠਾ ਹੁੰਦਾ। ਜੇ ਕੋਈ ਬੰਦਾ ਕਹੇ ਮੈਂ ਆਪਦੀ ਸਿਆਣਪਣਾ ਤੁਹਾਨੂੰ ਇਕੱਠਾ ਕਰ ਲੂੰ, ਰੂਮ ਦਾ ਬਾਦਸ਼ਾਹ ਸੀ ਕੌਰੂ, ਉਹਨੇ ਮੁਰਦਾ ਦੇ ਮੂੰਹ ਚੋਂ ਰੁਪਈਏ ਕੱਢੇ ਤੇ 40 ਗੰਜ ਇਕੱਠੇ ਕਰ ਲਏ। ਇੱਕ ਕੌਡੀ ਵੀ ਨਾਲ ਨਹੀਂ ਜਾ ਸਕਿਆ, ਜਿਹਨੇ ਮੁਰਦਾ ਦੇ ਮੂੰਹ ਚੋਂ ਰੁਪਈਏ ਕੱਢੇ ਹੋਣ, 40 ਗੰਜ ਇਕੱਠੇ ਕੀਤੇ ਹੋਣ, ਇੱਕ ਕੌਡੀ ਨਹੀਂ ਨਾਲ ਗਈ, ਖਾਲੀ ਹੱਥੀ ਗਿਆ। ਇਹਨੂੰ ਕਹਿੰਦੇ ਸਾਹਿਬ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲਣ ਨਾਲ। ਮੇਰਾ ਕਹਿਣ ਦਾ ਮਤਲਬ ਹੈ, ਗੁਰੂ ਦੀ ਖੁਸ਼ੀ ਲੈਣ ਵਾਸਤੇ ਸਿੱਖ ਛੇਵੇਂ ਪਾਤਸ਼ਾਹ ਨੂੰ ਚੰਗੇ ਤੋਂ ਚੰਗੇ ਘੋੜੇ, ਚੰਗੇ ਤੋਂ ਚੰਗੇ ਸ਼ਾਸਤਰ, ਚੰਗੇ ਤੋਂ ਚੰਗਾ ਨੌਜਵਾਨ ਛੇਵੇਂ ਪਾਤਸ਼ਾਹ ਦੀ ਫੌਜ 'ਚ ਭਰਤੀ ਹੋਇਆ ਕਰ। ਕਾਹਦੇ ਵਾਸਤੇ? ਇਹ ਗੁਰੂ ਦੀ ਖੁਸ਼ੀ ਲੈਣੀ ਹੈ, ਇਹ ਗੁਰੂ ਤੋਂ ਆਪਾਂ ਬਖਸ਼ਿਸ਼ਾਂ ਲੈਣੀਆਂ। ਹੁਣ ਸਾਈਂ ਦਾਸ ਨੇ ਵੀ ਸੋਚਿਆ ਮਨਾ, ਜੇ ਮੈਨੂੰ ਮਹਾਰਾਜ ਮੇਰੇ ਤੇ ਕਿਰਪਾ ਕਰ ਦੇਣ ਨਾ ਤੇ ਮੈਂ ਮਕਾਨ ਬਣਾ ਲਾਂ, ਤੇ ਫਿਰ ਮੈਂ ਛੇਵੇਂ ਪਾਤਸ਼ਾਹ ਨੂੰ ਕਹੂੰਗਾ ਮਹਾਰਾਜ ਜੀ ਆਹ ਘਰ 'ਚ ਚਰਨ ਪਾਓ ਤੇ ਮੇਰੇ ਨਾ ਘਰ ਨੂੰ ਭਾਗ ਲੱਗ ਜਾਣਗੇ। ਕਿਉਂਕਿ ਸਿੱਖ ਦੀ ਭਾਵਨਾ ਹਜੇ ਘਰ ਬਣਿਆ ਨਹੀਂ। ਸਿੱਖ ਦੀ ਭਾਵਨਾ ਪਹਿਲਾਂ ਵੀ ਛੇਵੇਂ ਪਾਤਸ਼ਾਹ ਚਰਨ ਪਾਉਣ ਤੇ ਘਰ ਮੇਰਾ ਪਵਿੱਤਰ ਹੋ। ਹਜੇ ਘਰ ਬਣਾਉਣਾ ਹੈ, ਪਰ ਇਹ ਕਿਹਦੀ ਭਾਵਨਾ ਹੈ? ਜਿਹਦੇ ਮਨ ਦੇ ਵਿੱਚ ਸਾਧ ਸੰਗਤ ਭਾਵਨਾ ਹੋਵੇ ਨਾ, ਪੜਿਆ ਕਰਦੇ ਉਹ ਤਨ ਤਾਂ ਸੁੱਕ ਕੇ ਗੱਡਾਂ ਦੀ ਮੁੱਠੀ ਹੋ ਗਿਆ, ਅਜੇ ਵੀ ਨੀ ਰੱਬ ਬੋਲਿਆ।
कीता तन सुक्का पिंजर थिया तलियां ठुंगा काग अजे तो रब ना बोड़ियो देख बंदे दे भाग। इस तरह साईं दास मकान तैयार करदा तो छेवें पातशाह नूं चेते करके कहंदा महाराज जी सच्चे पातशाह वो दिन कदों होणगे वो दिन चेते करदा महाराज जी कदों से फिर आवा वो दिहाड़ा कदों आऊ जो मेरे घरे चरण पाऊंगे मेरा मन लोचा गुर दर्शन ताई गल करा चातर की नहीं ये गुरु अर्जन देव जी महाराज का शब्द है 4 पदियां दा मेरा मन लोचा तो शुरू होता तेरा मुख सुहावा जियो ये दूजा पद है एक घड़ी ना मिलते तो कल जो होता ये तीजा पद है चौथा पद है भाग हुआ गुर संत मिलाया ये चौथा पद है 4 पदियां का शब्द है ये गुरु अर्जन देव जी महाराज के पिता गुरु रामदास जी महाराज के दर्शना दे प्रथाए उच्चारण किया ते साईं दास ओही पंक्तियां पढ़दा महाराज जी मैं मकान तैयार करदा ते जदों मेरे घर च तुसीं चरण पाते ते मैं आऊं समझो भी घर नूं भाग लग साईं दास ने ना एक कमरा बनाया 6वें पातशाह दे बहन ते कितनी भावना होनी नाल साडू आ 6वें पातशाह नहीं तो शकीरी वाला तो बंदा पुछदा ही नहीं किथे घर ना नाल रहने वाला बंदे की श्रद्धा होंदी है ना शकीरी वाले बंदे की श्रद्धा होंदी है इको एक साईं दास है जिहड़ा 6वें पातशाह ते रब वर्गी शक्कर है साईं दास ने एक कमरा तैयार किया भी इहदे च 6वें पातशाह ही बहने हैं उन्हें छत ते ना पानी का प्रबंध किया रखना ते दरवाजा ते चिक्का लाइया चिक्का ला के ना दरवाजा ते वो चिक्का ते पानी डिगे ते जो लो बगे तो कमरा इं हो जाए जिवें एयर कंडीशन थले रेता बिछाया तो साईं दास ने एक पलंग डाह तो 6वें पातशाह के वास्ते महाराज जो आउणगे ना ते फिर मैं कहूं महाराज आप पढ़ के तो सजो तुसीं सच्चे पातशाह कृपा करो आप पढ़ के तो चरण पाओ आप कमरे के विच आराम करो ते उधर महाराज नूं खिच पाती अलमास्तो साध ने नानक वटे अलमास्तो साध वो सी जेड़ा गुरु नानक देव जी महाराज के वेले का पिपल सी ना नानक मते ओदी सद बेअदबी करदे सी ओदी सद बेअदबी करदे आ ते अलमास्तो साध 6वें पातशाह नूं चेते करदा महाराज जी आ सिद्धा तू समझा साईं दास दा कमरा कोठी तैयार हो गई आ अलमास्तो साध चेते करदा हुण ला लो साहब 6वें पातशाह किहदे कोल नहीं जाण दो पासे तो 6वें पातशाह नूं खिच है खिच भी कहे जी आ जिन्हों कबीर साहब पढ़िया करते
ਉਹ ਮਨਾ ਕੂਕਦਾ ਰਹੀ ਓਏ ਦਿਨ ਰਾਤੀ, ਕਦੇ ਤਾਂ ਪੁਕਾਰ ਸੁਣ। ਕਰਦਾ ਹੋਣਾ। ਸਾਈਂ ਦਾਸ ਆਪਦੇ ਘਰ ਵਾਲੀ ਨੂੰ ਕਹਿੰਦਾ ਰਾਮੋ ਐ ਕਰ ਮਕਾਨ ਤਾਂ ਹੋ ਗਿਆ ਤਿਆਰ ਤੇ ਆਪਾਂ ਨਾ ਦਰਵਾਜ਼ੇ 'ਚ ਬਹਿ ਕੇ ਛੇਵੇਂ ਪਾਤਸ਼ਾਹ ਨੂੰ ਬਾਜਾ ਮਾਰਾਂਗੇ। ਬਾਜਾ ਕਿਵੇਂ? ਕਹਿੰਦਾ ਆਪਾਂ ਬਹਿ ਕੇ ਕਿਆ ਕਰਾਂਗੇ, ਆਓ ਜੀ ਤੁਸੀਂ ਆਓ ਹਮਾਰੇ ਸੱਚੇ ਪਾਤਸ਼ਾਹ ਸਾਡੇ ਘਰ 'ਚ ਚਰਨ ਪਾਓ। ਤੇ ਅਲਮਸਤ ਸਾਹਿਬ ਛੇਵੇਂ ਪਾਤਸ਼ਾਹ ਨੂੰ ਕਿਵੇਂ ਚੇਤੇ ਕਰਦਾ ਹੈ? ਕਹਿੰਦਾ ਗੁਰੂ ਜੀ ਉਹਨਾਂ ਚਿਰ ਨਾ ਮੈਂ ਰੋਟੀ ਖਾਣੀ ਹੈ ਨਾ ਮੈਂ ਪਾਣੀ ਪੀਣਾ ਜਿੰਨਾ ਚਿਰ ਤੁਸੀਂ ਨਹੀਂ। ਇਹ ਅਲਮਸਤ ਸਾਹਿਬ ਦਾ ਵਿਸ਼ਵਾਸ ਹੈ। ਰੋਟੀ ਕਹਿੰਦਾ ਨਾ ਰੋਟੀ ਖਾਣੀ ਹੈ ਕਿ ਉਹ ਪਿੱਪਲ ਜਿਹਨੂੰ ਗੁਰੂ ਨਾਨਕ ਨੇ ਸਿੱਧ ਨੂੰ ਹਟਾਉਣਾ ਚਾਹੁੰਦੇ ਸੀ ਤੇ ਕਈ ਫੁੱਟ ਧਰਤੀ ਤੋਂ ਉੱਚਾ ਉੱਡਿਆ ਜਾਂਦਾ ਗੁਰੂ ਨਾਨਕ ਦਾ ਰੋਕਿਆ ਗਿਆ ਸੀ। ਉਹਦੀ ਬੇਅਦਬੀ ਕਰਦੇ ਸਿੱਧ ਉਹਨੂੰ ਸਿਖਾਉਂਦੇ ਸੀ। ਮੇਰਾ ਕਹਿਣ ਦਾ ਮਤਲਬ ਹੈ ਜਦੋਂ ਅਲਮਸਤ ਸਾਹਿਬ ਨੇ ਇਹ ਜਿਹਾ ਸੰਕਲਪ ਕਰ ਲਿਆ ਤੇ ਫਿਰ ਅਲਮਸਤ ਸਾਹਿਬ ਛੇਵੇਂ ਪਾਤਸ਼ਾਹ ਨੂੰ ਬਾਜ ਮਾਰਦਾ, ਸੱਚੇ ਪਾਤਸ਼ਾਹ ਉਹ ਸਾਡੀ ਪ੍ਰੀਤ ਵਿੱਚ ਪੋਰਾਂ ਵਾਲੀ ਗੁਰਾਂ ਦਾ ਮੁਖ ਚੰਨ ਵਾਰ
पातशाह नूं पंडित का पढ़दा भाई करदा लिया चंद चकोर प्रीत है। चंद्रमा के नाल चकोर की प्रीति का है। जो चंद्रमा नींदा नहीं पिछे नूं डिग गई है, पर एक गल चेते रखियो, चंद्रमा नूं चकोर नहीं चेते, इन्हूं एक अंगी प्रीति कहते हैं। चंद्रमा तो बिना चकोर मरदा है ते चंद्रमा नूं चकोर चेते नहीं। ते गुरु जी दे सिख दी प्रीति दो की है। जे अलमस्त साध चेते करदा छेवें पातशाह नूं ते छेवें पातशाह अलमस्त साध नूं चेते करदे हैं। नानक समय दीयां निशानियां खत्म कर देणगे सिद्ध। हुण कार सेवा वाले खत्म कर दिंदे हैं। हुण इहो जिहा भैड़ा समा आ गया जिद्द कार सेवा चलदी है पहले निशानियां खत्म होणगियां। जिन्ना चर गुरु की निशानी आ नगर च निशानी आ 52 कली का चोला ते कितों कितों संगतां आउंदियां। आ नगर दे विच निशानी आ छेवें पातशाह दे हत्थां दी 5 ग्रंथी कितों कितों संगतां आउंदियां। इत्थे पता भी छेवें पातशाह दे चरनां दा जोड़ा पिया कितों कितों संगतां। इत्थे पता भी छेवें पातशाह दा किला निम दा हरा होया निमसर बनी है, दातन हरी हुई है निमसर है, तो लोग कितों कितों चल के आते। जे निम पट दो तो दसो भी अगर की कहोगे किसी भाई एक निशानी छेवें पातशाह। फिर भड़ोला साहब देख लो तुहाडे सामने। मेरा कहने का मतलब है अलमस्त साध कहना महाराज जी जे पिपल खत्म हो गया, गुरु नानक की निशानी खत्म हो चुकी, कृपा करो। महाराज छेवें पातशाह अलमस्त साध कोले गए। जो देखा मैं सिद्धा ने आपकी ताकत ना पिपल सिखाता ते महाराज ने पानी च केसर पाया, जो छट्टा मारा तो पिपल हरा भरा हो गया। इन कहते हैं सिर धरत पई हरी आवली। जो पिपल हरा भरा होया हुण भी हजे भी निशानी है। जो तुम पिपल के पत्तियां ते देखोगे उस तरह निशानी पता लगता भी ये किसी का छिट्टा मारिया, उतों पता लगता भी छेवें पातशाह की कृपा है। छेवें पातशाह ने अलमस्त साध नूं ते सिद्धा नूं उपदेश करके ते फिर किथे नवाउंदे आ जिथे साईं दा चेते करदा सी सच्चे पातशाह। कृपा करियो कादी ओ दिन कदों आउणगे। महाराज छेवें पातशाह पर भाई की डोली जो आते ते साईं दास को पता लगा भी महाराज सलीने पिंड आ गए। मोगे तो कहां सलीना है। जो पता लगे ना भी छेवें पातशाह सलीने पिंड आ गए ते साईं दास फिर छेवें पातशाह को आवाज मारदा महाराज जी ओ एक बूंद नूं पपीहा तरसदा मर गया, फिर की बनाउणा सग।
मारी जिवें किसे समय ये जी मैं पंक्ति पढ़ी है ना, ये सदने ने रब नूं आवाज मारी। सदने ने रब नूं उदों आवाज मारी जिवें सदने नूं इलाहाबाद च न्यों च चढ़न लगे ना। जो न्यों च सदने नूं चढ़न लगे तो सदने नूं पुछया किसी नूं मिल ना सकदे आ? कहंदा भी नहीं। कहंदे रब नूं आवाज मार लैण दिओ। कहंदे रब नूं आवाज किवें मारेगा? सदना रब नूं आवाज मारदा कहंदा नर पकन्या बेकार ने, एक भैया भेखधारी कामा रखी स्वार्थी बाकी पैज सवारी। वो कहंदा भगवान आदा तू कई बारी पखंडियां दी भी पैज रख लैंदा, तू भेखधारियां दी भी लज्जा रख लैंदा, ते मेरे ते भी किरपा कर। जो सदने ने कहना एक बूंद जल कारने चातुर्क पंक्ति पढ़ी आपां भाई गुरदास जी दी, ते एक पासे सदना कहता महाराज जी हे भगवान एक पपीहा स्वंती बूंद नूं तरसदा मर जे ते मुड़ के तू पानी जेड़ा दुंदिया देवे ओहदा फायदा की? वो तो मर गया। तो जे मैनू निया च चिंता तो तू तेनू तौड़ तौड़ इट्टां डिगन लग गईयां। सदने की समाध सरहद बनी दी है, सदने जी की समाध है ना, ये सरहद बनी है। किते जाके देखियो भई आओ सदना जी ने ना रब नूं बाजा मारियां ते इट्टां डिग पईयां। छेवें पातशाह नूं बाज मारी साईं दास ने ते सलीने पिंड तो जो महाराज गए भाई की डरोली, तो जो साईं दास के घरे चरण पाए ना तो साईं दास फिर कहना महाराज जिवें अज गुरु ग्रंथ साहब ने प्रकाश होकर संगतां नूं साध संगत मंदिर च दर्शन दिते है, इस तरह साईं दास के घरे जो छेवें पातशाह गए ना तो साईं दास कहता महाराज ओ करता पवन पुनीत धरी जा छेवें पातशाह ने चरण पाए तो साईं दास कहता महाराज जी नाम ध्यान सजना जन्म पदार्थ जीत नानक धर्म ऐसे चबा कीतो अनभावण पुनीत। मत बड़ा अज साडा घर पवित्र हो गया। सच्चे पातशाह नाले साईं दास वो कमरे च बिठावे छेवें पातशाह नूं ते नाले कहे महाराज जी वो सतगुरु आपने मंदिर विच ਚੱਕਿਆ ਜਾਂਦਾ। ਕਿਉਂ? ਇੱਕੋ ਇੱਕ ਗੁਰੂ ਹੈ ਜਿਹਦੇ ਆਉਣ ਨਾਲ ਘਰ ਨੂੰ ਭਾਗ ਲੱਗਦੇ, ਇੱਕੋ ਇੱਕ ਗੁਰੂ ਹੈ ਜਿਹਦੇ ਨਾਲ ਧਰਤੀ ਨੂੰ ਭਾਗ ਲੱਗਦੇ। ਜੇ ਕੋਈ ਲੀਡਰ ਘਰ ਜਾਦੇ ਹੋਮੇ ਤਾਂ ਆ ਜਾਊਗੀ, ਭਾਗ ਨਹੀਂ ਲੱਗਣਾ। ਜਿਹੜੇ ਪੱਕੀ ਪ੍ਰਧਾਨ ਮੰਤਰੀ ਨੂੰ ਸੱਦ ਕੇ ਦੇਖ ਲਓ, ਹੋਮੇ ਨਾਲ ਤਾਂ ਭੱਜ ਜਾਗੇ ਵੀ ਮੇਰੀ ਪ੍ਰਧਾਨ ਮੰਤਰੀ ਨਾਲ ਲੋੜ ਹੈ, ਪਰ ਇਹ ਨਾ ਸੋਚੋ ਵੀ ਮੇਰੇ ਘਰ ਨੂੰ ਭਾਗ ਲੱਗੇਗਾ।
घर नूं भाग तां लगदे आ जे घर दे विच नाम जपिया जावे ते गुरु चरण पा लवे। अज देखो आ इत्थों दी आम बंदा सर नहीं सी नवाया, इत्थों दी जदों लंघदे सी ना कोई सर नहीं सी नवाया करना। अज गुरु प्रकाश होए आ ते अज संगत मल्लो मल्ली मत्था टेक। इस करके माइयां बीबियां ने किन्ने सुखमनी साहब के पाठ महापुरख क्या करते जे कहते 51 पाठ हो जाए सुखमनी के पाठ हो जाता पूरा संपूर्ण। तो किन्ने पाठ हो गए सुखमनी साहब के। अखंड पाठ बड़ा आरंभ होए, संगतां ने सेवा की। आप जी को पता है मैंबर साहबान पहुंचे हैं, मैनेजर साहब पहुंचे हैं, सारे संगतां का धन्यवाद। साथ साथ असली का धन्यवाद गुरु ग्रंथ साहब है, सारे नालों भी धन्यवाद ना गुरु ग्रंथ साहब का जी की कृपा ना, छेवें पातशाह की कृपा ना ते गुरु ग्रंथ साहब जी महाराज की मेहर का सदका ये विशाल संगत गुरु घर की इमारत तैयार हुई है ते गुरु का प्रकाश होना किया है। ते सारिया संगतां का भी धन्यवाद ते सारे नालों धन्यवाद गुरु ग्रंथ साहब का, जिन्हां की कृपा ने सानू सेवा का समा मिले। मैं बेनती करा थोड़े मिनट संत बाबा धर्मपाल सिंह जी धमोट वाले हाजरी भरनगे, उदू अपना तो बाबा जोगिंदर सिंह जी थोड़े थोड़े मिनट की हाजरी भरनी है। संगतों को बेनती है हुण समाप्त कोई हो जानी है, आने वाला समा फिर अगे सर्पण करना है। इस वेले संत बाबा धर्मपाल सिंह जी हाजरी भरनगे, आने वाला समा वाहिगुरु जी साहब जीओ गणोत वंदन हरकुलार सर्व कला समर्थ डोलन ते राखो प्रभु, डोलन ते राखो प्रभु, नानक दे पर घट बचपन आया तो डरना नानक की बेनती, नानक की प्रभु बेनती अपनी आनंद मुनि नाम जीवन वारी बनवा
महला तीजा नाम देते ओंकार सतगुर प्रसाद अनंत पया मेरे पाए कुल मखलूकात दे सजीवी अलंबरदार सतगुरु धन 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 सतगुरु गुरु ग्रंथ साहिब सच्चे पातशाह जियां दी पवित्र गोद अंदर जुड़ बैठी गुरु प्यारी साध संगत जी हाजरी सतगुਰਾਂ ਦੇ ਚਰਨਾਂ ਦੇ ਵਿੱਚ ਲਵਾਉਣ ਦੇ ਲਈ ਦਾਸ ਨਾਲ ਮਿਲ ਕਰਕੇ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਅਵਤਾਰ ਸਿੰਘ ਜੀ ਧੂਲਕੋਟ ਵਾਲਿਆਂ ਨੇ ਬੜੇ ਹੀ ਵਜਦ ਵਿੱਚ ਆ ਕੇ ਬੜੇ ਹੀ ਮਿੱਠੇ ਸ਼ਬਦਾਂ ਦੇ ਨਾਲ ਆਪ ਜੀਆਂ ਦਾ ਗੁਰਬਾਣੀ ਕੀਰਤਨ ਦੇ ਦੁਆਰਾ ਤੁਹਾਡੀ ਆਤਮਾ ਨੂੰ ਗੁਰੂ ਦੇ ਨਾਲ ਜੋੜਨ ਦੇ ਵਾਸਤੇ ਬਹੁਤ ਵੱਡਾ ਉਪਰਾਲਾ ਕੀਤਾ ਹੈ। मैं सब तो पहला बाबा जी होरां दा इस काज वास्ते अपनियां दिल दीयां गहराइयां तो बहुत 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 धन्यवाद करदा। अज दा ये मुबारक जो दिन आप जियां नूं नसीब होया है उस दी भी दिल दीयां गहराइयां तो मैं आप सब नूं मुबारकबाद पेश करदा। बाबा जी होरी जिक्र कर रहे सन कि वो धरती हरी भरी हो जाती है, भागां सुभागां वाली हो जाती है, वो आत्मावां भागां सुभागां वालियां हो जांदियां ने जिन्हां गुरु दर्शन दिंदा। जिस धरती को गुरु निवाजदा जिथे गुरु आके चरण पाउंदा। भाई गुरदास जियां ने धन धन सतगुरु गुरु हरगोबिंद पातशाह जियां दे बारे में एक पौड़ी वारां दे अंदर बयान की है। पंज प्याले पंज पीर शकम पीर बैठा गुर भारी। एक उहदी आखिरली पंक्ति जिहड़ी है वाड जोधा बहु पर उपकार। जोधा तो वो है ही सीगे बहुत वड्डे जोधे सन। जिंदगी दे विच चार लड़ाइयां उन्हां नूं लड़नियां पईयां ते चारां लड़ाइयां दे विच ही विरोधियां नूं दुश्मनां नूं मात खानी पई। बहुत परोपकारी कई बारी आपां अनगौलिया ये गल विसार दिंदे आ भाई वो परोपकारी किड्डे क वड्डे सन जिथे वो अपने गुरसिखां दीयां भावनावां नूं निवाजदे सन, उन्हां दे दिल दीयां रीझां नूं पूरीआं करदे सन। ਵੱਖ-ਵੱਖ दूर दराडे थावां दे उत्ते जाके बाबा जी होरां ने आप जी दा जिक्र किया, इतिहास सरवण कराया आप जी जिथे वो नवाजते सन उत्थे एक बहुत बड़ा परोपकार मनुख बरादरी के उत्ते उन्हां किया, मनुख जाति उत्ते किया। मैं मनुख शब्द वरत्या, मैं सिख शब्द नहीं वरते। मनुखी बरादरी के उत्ते परोपकार किया, मनुख जाति उत्ते परोपकार किया, समाज उत्ते परोपकार किया। वो पता किहड़ा सी? धन गुरु हरगोबिंद पातशाह जिन्हां ने अज ये मुबारक दिन जिहड़ा सानू नसीब होया इत्थे बाबा सूरतिया जी का ग्रह उन्होंने विश्वास नूं, उन्हां दी शरधा नूं, उन्हां दी भावना नूं सतगुरां ने पूरा करने वास्ते 45 दिन इत्थे निवास किया।
ये जगह, ये एडी पवित्र धरती है, इन्नी मुबारक धरती है। ते गुरु के प्यार वाले वो गुरु जिहदे बारे भाई गुरदास जी कहते हैं ना, वड जोधा बहुत परोपकारी किवें ने, केवल सिखां दीआं भावनावां नूं ही उन्होंने फल नहीं लाए, पुत शहीद भी करवाया। ध्यान देना, सतगुरु गुरु तेग बहादुर साहब सच्चे पातशाह गुरु हरगोबिंद पातशाह जी के सपुत्र ने, सब तो छोटे। उन्होंने दिल्ली के चांदनी चौक के तुहानू सारिਆਂ ਨੂੰ पता है, अपने धर्म वास्ते, अपने परिवार वास्ते, अपनी कौम वास्ते सारी दुनिया शहादतां दिंदी है, पर किसी के धर्म को बचाने वास्ते, तिलक जंजू के राखी वास्ते गुरु नानक के घर ने गुरु हरगोबिंद पातशाह जी के उपर जद गुरु तेग बहादुर साहब सच्चे पातशाह जी ने शहादत दी। बहुत बड़ा परोपकार गुरु हरगोबिंद पातशाह जी का, जिन्होंने अपना पुत्र वारिया ते फिर पुत्र ही नहीं वारिया, पोतरा वारिया गुरु गोबिंद सिंह साहब सच्चे पातशाह। ते गुरु के प्यार वालों भैणां बैठियां, केवल पोतरा ही नहीं वारिया, 9वीं वारी ते इत्थों तक के पड़पोतरे भी चारे जड़े ही ना, वो कौम दे तो मनुखता दे तो गुरु हरगोबिंद पातशाह जी ने वार दिते। तुसीं कहोगे किवें? गुरु हरगोबिंद पातशाह जदों गुरता गद्दी बख्शण लगे ना हरराय साहब जी, मैं 2 मिनट आपकी लवांगा, बस क्षमा करना। गुरु हरराय साहब जी गुरता गद्दी बख्शिश कर लगे ने, ते कदे माता नानकी जियां दे नाल गुरु हरगोबिंद पातशाह जी ने 2 शब्द साझे कीते ने। कह लगे तेग बहादुर है ना जिहड़े अपने महिला नूं ये गल कहते पे ने कि तेग बहादुर जिहड़े ने इन्हां ने कदे गुरु नानक के घर की जिम्मेवारी संभाली। अज जो मुबारक दिन आया, गुरु हरगोबिंद पातशाह इस दुनिया तो रुखसत होने लगे ने, ज्योति जोत समाउण लगे ने, दरबार लगा ते इस उड़ीक विच सिख संगतां दी अज गुरु तेग बहादुर साहब सच्चे पातशाह नूं गुरता गद्दी मिल जावे। ध्यान दिओ, ते गुरु हरगोबिंद पातशाह जी ने वो जो वक्त आया, उस वक्त गुरु हरराय साहब जी नूं कोल बुला के ते उन्हां नूं सेवी टोपी बख्शी है, उन्होंने पगड़ी बख्शी है, उन्होंने कलगी बख्शी है। माता जी अचंभत रह गए। मैनू कदे गुरु हरगोबिंद पातशाह जी ने यह गल कही थी भाई तेग बहादुर जी गुरु नानक के घर की बड़ी वड्डी जिम्मेवारी मिलनी है, ये पता नहीं की गल है, कितने उकाई हो गई है, मेरी परवरिश के उकाई हो गई है किते, या गुरु तेग बहादुर साहब सच्चे पातशाह जी तो इन्हां तो कोई अजे मन में एक गल ते नाल ही कह लगे माता नानकी जी को संबोधन करके कि नानकी मैं एक गल कही थी इस समागम तो पहला तुहानू वो 2 वस्तां तुसीं लैके आए हो। ते माता जी कह लगे किहड़ियां? कह लगे एक रुमाल ते एक कटार मैं तुहानू किरपान कहा सी छोटी, वो लैके आए हो। कह लगे लैके लिआंदियां ने। माता जी अगे होए कोलों लैके वो दोनों चीज़ां जिहड़ियां ने गुरु तेग बहादुर जी की झोली में पा दी और मुस्कुरा के कहन लगे नानकी वक्त आएगा एक किरपान छोटी, एक कटार, एक किरपान बहुत वड्डी बन जानी है ते तेरे इस पुत्र का शीश जिहड़ा है इस किरपान के अगे होना है। ऐ छोटा रुमाल एक एडी वड्डी चादर बन जानी है, सगल श्रेष्ठ ढापी चादर। असीं कई बार कहते हैं ना कि हिंदरी चादर गुरु तेग बहादुर, पर कवि कहता सगल श्रेष्ठ ढापी चादर। सारी सृष्टि विधवा हो चुकियां दा मुड़ विआह जो होंदा ही ना, उदों एक समाजिक रस्म ही वो चादर पाना आपां कहते सन। मेरे गुरु तेग बहादुर साहब सच्चे पातशाह जी धर्म रंडा हो चलिया सी ना, धर्म की हानि हो चली सी। मेरे गुरु तेग बहादुर साहब सच्चे पातशाह ने उस वक्त अपने तन का चोला जिहड़ा ही उहदी चादर पा के सानू सदा वास्ते नवाज दिता। उस महान गुरु के महान पिता उन्होंने इस जगह के उत्ते बड़ा लंबा समा चरण पा के नवाजा। तुसीं सारे इत्थे नतमस्तक होए हो। मैं किवें वडियाई करा संतां महापुरुषां दी, मेरे को अल्फाज नहीं। तुसीं कहोगे किवें? आपां इस समाज च रहिंदे आ,
ਮੇਰਾ ਲਗਭਗ 20-22 ਸਾਲ ਦਾ ਤਜਰਬਾ ਹੈ। ਮਹਾਂਪੁਰਸ਼ਾਂ, ਵੱਖ-ਵੱਖ ਮਹਾਂਪੁਰਸ਼ਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਦਾ, ਮੈਂਬਰ ਸਾਹਿਬਾਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਦਾ, ਧਰਮ ਪ੍ਰਚਾਰ ਕਰਨ ਦਾ ਮੌਕਾ ਮਿਲਦਾ। ਪਰ ਇਹ ਜਿਹੜੀ ਜੋੜੀ ਇੱਥੇ ਬੈਠੀ ਹੈ ਨਾ, ਬਾਬਾ ਅਵਤਾਰ ਸਿੰਘ ਜੀ, ਮੈਨੂੰ ਮੈਨੇਜਰ ਸਾਹਿਬ ਆ ਕੇ ਮੇਰੇ ਕੰਨਾਂ 'ਚ ਕਹਿਣ ਲੱਗੇ, ਭਾਈ ਸਾਹਿਬ ਜੀ ਤੁਸੀਂ ਜਾਣਦੇ ਹੋ? ਮੈਂ ਕਿਹਾ ਕੀ? ਕਹਿਣ ਲੱਗੇ ਇਹ ਆਮ ਕਾਰ ਸੇਵਾ ਵਾਲੇ ਬਾਬੇ ਨਹੀਂ, ਆਮ ਕਾਰ ਸੇਵਾ ਵਾਲੇ ਬਾਬੇ ਨਹੀਂ। ਉਹ ਮੈਨੇਜਰ ਸਾਹਿਬ ਨੇ, ਮੈਂ ਧਰਮ ਪ੍ਰਚਾਰ ਕਮੇਟੀ ਦਾ ਪ੍ਰਚਾਰਕ ਹਾਂ, ਮੈਨੂੰ ਪਤਾ ਸਾਡੇ ਕਈ ਗੁਰਦੁਆਰੇ ਬਾਬੇ ਕਾਰ ਸੇਵਾ ਵਾਲੇ ਆ, ਕਿਉਂਕਿ ਉੱਥੇ ਇੱਕ ਝਗੜਾ ਚੱਲਦਾ ਆਮ, ਪਤਾ ਕਿਹੜਾ? ਤੇ ਬਾਬਾ ਜੀ ਦੀ ਟੋਕਰੀ ਇੱਥੇ ਨਹੀਂ ਰੱਖਣ ਦੇਣੀ, ਤੁਸੀਂ ਟੋਕਰੀ ਥੋੜੀ ਜਿਹੀ ਗੇਟ ਤੋਂ ਲਾਂਭੇ ਰੱਖ ਲਓ, ਕਿਉਂਕਿ ਗੁਰਦੁਆਰੇ ਦੀ ਆਮਦਨ ਨੂੰ ਵੀ ਫਰਕ ਪੈਂਦਾ। ਪਰ ਧੰਨ ਇਹ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਜੀ, ਜਿਨ੍ਹਾਂ ਨੇ ਇੱਥੇ ਇਹ ਗੁਰਮੰਦਰਾਂ ਦੀ ਸੇਵਾ ਨਿਭਾਉਂਦਿਆਂ ਕਦੇ ਟੋਕਰੀ ਨਹੀਂ ਰੱਖੀ। ਤੁਸੀਂ ਤਾਂ ਸਾਰੇ ਜਾਣਦੇ ਹੋ ਇਹ ਇਸ ਪੁਸਤਕ ਦੇ ਮੁਤਾਜ ਨਹੀਂ, ਅੰਦਰੋਂ ਭਿੱਜੇ ਹੋਏ ਨੇ। ਜੋ ਕੀਰਤਨ ਕਰ ਰਹੇ ਸਨ, ਅੰਦਰੋਂ ਆਤਮਾ ਜੁੜਦੀ, ਅੰਦਰੋਂ ਇਹ ਕੋਈ ਕਹਿਣ ਦੀਆਂ ਗੱਲਾਂ ਨਹੀਂ, ਆਪਣਾ ਅੰਦਰਲਾ ਜਿਹੜਾ ਆ ਉਹ ਭਿੱਜ ਜਾਂਦਾ, ਉਹ ਜੁੜ ਜਾਂਦਾ। ਤੇ ਜਦੋਂ ਇਹਨਾਂ ਦੇ ਮਹਾਂਪੁਰਸ਼ ਕਿਤੇ ਸੇਵਾ ਨਿਭਾਉਂਦੇ ਨੇ, ਮੈਂ ਬੜਾ ਖੁਸ਼ ਹੋਇਆ ਜਦੋਂ ਇਹਨਾਂ ਨੇ ਦੋ ਅਲਫਾਜ਼ ਉਹ ਕਹੇ ਨਾ, ਤੇ ਅੱਜ ਕੱਲ੍ਹ ਬਾਬੇ ਕਾਰ ਸੇਵਾ ਵਾਲੇ ਨੇ ਜਿਹੜੇ ਨੇ ਉਹ ਇਤਿਹਾਸਕ ਨਿਸ਼ਾਨੀਆਂ ਮਿਟਾਉਣ ਵਾਲੇ ਬਾਬਿਆਂ ਦੇ ਨਾਂ ਤੇ ਪ੍ਰਸਿੱਧ ਹੋ ਗਏ। ਪਰ ਇਹ ਮਹਾਨ ਸੰਤ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਜੀ ਧੂਲਕੋਟ ਵਾਲੇ, ਜਿਨ੍ਹਾਂ ਨੇ ਨਾ ਤਾਂ ਉਗਰਾਹੀ ਕੀਤੀ, ਨਾ ਇਹਨਾਂ ਨੇ ਝੋਨਾ ਇਕੱਠਾ ਕੀਤਾ, ਨਾ ਕਣਕ ਇਕੱਠੀ ਕੀਤੀ, ਨਾ ਇਹ ਘਰ ਘਰ ਕਿਸੇ ਕੋਲ ਮੰਗਣ ਗਏ। ਤੇ ਮੈਂ ਬਾਬਾ ਆਪਣੇ ਵੀਰ ਮਿੱਤਰਾਂ ਦੀ ਦੁਨੀਆ ਵਿੱਚੋਂ ਗੁਰਜੀਤ ਸਿੰਘ ਜੀ ਨੂੰ ਕਹਿ ਰਿਹਾ ਸਾਂ ਵੀ ਫਿਰ ਇਹ ਮੰਦਰ ਕਿਵੇਂ ਬਣ ਗਏ? ਕਹਿਣ ਲੱਗੇ ਬਸ ਇਹ ਬਣ ਗਏ, ਇਹ ਬਣ ਗਏ। ਮੈਂ ਇੱਕ ਮਹਾਂਪੁਰਸ਼ਾਂ ਦੀ ਆਪ ਜੀਆਂ ਦੇ ਨਾਲ ਗੱਲ ਸਾਂਝੀ ਕਰਾਂ। ਉਹ ਉਦਾਸੀ ਸੰਪਰਦਾ ਦੇ ਨਾਲ ਸੰਬੰਧ ਰੱਖਦੇ ਸਨ ਤੇ ਬਹੁਤ ਪੁੱਜੀ ਹੋਈ ਆਤਮਾ, ਇੰਨੀ ਪੁੱਜੀ ਹੋਈ ਆਤਮਾ ਵੀ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਕਿਤੇ ਕੋਈ 10-20 ਦਿਨ, ਕਿਉਂਕਿ ਉਦੋਂ ਪੁਰਾਣੇ ਸਮੇਂ ਹੁੰਦੇ ਸਨ, ਮੋਟਰਾਂ ਨਹੀਂ ਸਨ ਹੁੰਦੀਆਂ, ਪਾਣੀ ਨਹੀਂ ਸਨ ਹੁੰਦੇ, ਤੇ ਪੁਤਲੇ ਦੇ ਆਸਰੇ ਹੋਣਾ, ਪੁਤਲੇ ਦੇ ਆਸਰੇ ਵੀ 4 ਕਣੀਆਂ ਡਿੱਗਣ ਗਈਆਂ ਤੇ ਕੁਝ ਸੰਭਰੇਗਾ। ਤੇ ਜਦੋਂ 15-20 ਦਿਨ ਕਿਤੇ ਖਿੱਚੀ ਲੱਗ ਜਾਣੀ ਤੇ ਸੰਗਤਾਂ ਨੇ ਇਕੱਠਿਆਂ ਹੋ ਕੇ ਉਹਨਾਂ ਦੇ ਕੋਲ ਚੱਲ ਜਾਣਾ, ਮਹਾਂਪੁਰਸ਼ੋ ਕਿਰਪਾ ਕਰ ਦਿਓ, ਕਹਿ ਦਿਓ ਉਸ ਮਾਲਕ ਨੂੰ। ਤੇ ਪਹਿਲਾਂ ਵੀ ਉਹਨਾਂ ਨਾਰਾਜ਼ ਹੋਣਾ, ਮੈਂਬਰ ਸਾਹਿਬ ਜੀ ਪਹਿਲਾਂ ਤਾਂ ਨਾਰਾਜ਼ ਹੋਣਾ। ਆਪਾਂ ਗੱਲ ਕਰਦੇ ਹਾਂ ਨਾ ਦਫ਼ਤਰ ਦੇ ਵਿੱਚ ਵੀ, ਬਾਬਾ ਜੀ ਵੀ ਕਈ ਵਾਰੀ ਖਿੱਚ ਪੈਂਦੇ ਨੇ ਕਈ ਵਾਰੀ। ਇਹ ਅੰਦਰੋਂ ਭਿੱਜੀ ਹੋਈ ਆਤਮਾ ਦੀ ਨਿਸ਼ਾਨੀ ਹੈ। ਪਹਿਲਾਂ ਤਾਂ ਉਹਨਾਂ ਨਾਰਾਜ਼ ਹੋਣਾ, ਕਿੱਥੇ ਆ ਗਈ ਉਹ, ਦਫਾ ਹੋ ਜਾਓ ਮੇਰੇ ਕੋਲੋਂ, ਇੱਧਰ ਨੂੰ ਚੱਲ ਜਾਓ, ਉੱਧਰ ਨੂੰ ਚੱਲ ਜਾਓ, ਮੈਂ ਕੀ ਕਰਾਂ? ਤੇ ਫਿਰ ਬਾਅਦ ਦੇ ਵਿੱਚ ਕਹਿੰਦੇ ਆਪਣੀ ਉਸ ਕੁੱਲੀ ਦੇ ਵਿੱਚੋਂ ਬਾਹਰ ਨਿਕਲ ਕੇ ਤੇ ਉਤਲੇ ਪਾਸੇ ਨੂੰ ਮੂੰਹ ਕਰਕੇ ਆਖਣਾ, ਉਹ ਸ਼ਰਮ ਕਰ ਕੋਈ ਧਿਆਨ ਭਿੱਜੀ ਹੋਈ ਆ ਮੇਰੀ ਬਾਂਦੀ ਪੱਤ ਛਡਾਵਾ, ਬਾਂਦੇ ਪੱਤ ਨਾ ਛੁੱਟੇ ਬੋਲੇ, ਇੱਕ ਸਮੇਂ ਮੁੱਕ ਹੋ ਗਿਆ ਬੰਦਾ ਉਹ ਮੁੱਕ ਹੈ, ਹੁਣ ਜਵਾਬ ਨਾ, ਮੇਰੇ ਕੋਲ ਕੋਈ ਜਵਾਬ ਨਹੀਂ ਰਹਿੰਦਾ। ਰੱਬ ਮੇਰੇ ਕੋਲ ਕੋਈ ਜਵਾਬ ਨਹੀਂ ਹੁੰਦਾ ਜਦੋਂ ਭਿੱਜੀ ਹੋਈ ਆਤਮਾ। जब मन उन मन में रहे तब 3 लोक की बातें कहे। ये आत्मा ये मन रब है, मन को जोत स्वरूप में अपना मूल पछाणा किते पता लग गया इनू कि मेरा मूल परमात्मा है। ते गुरु के प्यार वाले हो, फिर ये 3 लोक की बातें कहे। 3 लोक ने मन्ने जाते जितों आए हैं पता नहीं। ये जिहड़ा मात लोक है ते एक पर लोक है जिथे चले जाए। पर जिहड़ी आत्मा भिजी हुई आत्मा है, जिहड़ी रब दे नाम विच गुरूंदी हुई आत्मा है, सच ये है उन्हें सब कुछ पता होता, सब कुछ पता होता। पर वो कदे जतलाउंदे नहीं। उस मालक वाहिगुरू दे भाने अंदर उन्हें मिठा करके मनना जिहड़ा ना अपना जीवन सर्वोपरि समझते हैं। ते वो महापुरुषों ने बाहर आके कहना कोई शर्म कर, आ मुंडे तेरी जान नूं मेरे कोल आए ने, करदे कृपा इन्हां दे उत्ते नवाज दे इन्हां नूं। ते साध संगत कहते भी चंद मिनट लगने कितों बदली आनी तो सारा कुछ वापर जाना। इन्नी भावना वाले ये भी महापुरुष बाबा अवतार सिंह जी, मैं अपनी सारी मैनेजमेंट वालों जहदार रणवीर सिंह जी साहब माजरा जिहड़े किसी पुस्तक के मुताज ने, जिला प्रधान मैंबर श्रोमणी गुरुद्वारा प्रबंधक कमेटी, बहुत ही नेक ने और ईमानदार शख्सियत। उन्होंने जोड़ी डाल के ये सारे कारज जोड़े ने तुहाडे सामने संपूर्ण होए ने। आने वाले समय होर भी रहिंदे कारजां नूं भी संपूर्णता मिलनी है।
मैं सतगुਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਕਰਾਂਗਾ ਸੰਗਤ ਵੱਲੋਂ ਇਹ ਸਤਿਗੁਰ ਸੱਚੇ ਪਾਤਸ਼ਾਹ ਇਹਨਾਂ ਮਹਾਨ ਸ਼ਖਸੀਅਤਾਂ ਨੂੰ ਛੇਤੀ ਤੇ ਸੰਗਤ ਦੀ ਸੇਵਾ ਕਰਨ ਦਾ ਹਮੇਸ਼ਾ ਵਾਸਤੇ ਬਲ ਬਖਸ਼ਿਸ਼ ਕਰਦੇ ਰਹਿਣ। ਇਹਨਾਂ ਦੇ ਨਾਲ ਹਾਜ਼ਰੀ ਭਰੀ ਹੈ, ਸੰਗਤਾਂ ਦੇ ਦਰਸ਼ਨ ਦਿਦਾਰੇ ਕੀਤੇ ਨੇ ਸੰਤ ਬਾਬਾ ਜੋਗਿੰਦਰ ਸਿੰਘ ਜੀ ਲਾਲ ਕਲਾਂ ਵਾਲੇ, ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ। ਬਾਬਾ ਧਰਮਪਾਲ ਸਿੰਘ ਜੀ ਧਨੋਟ ਵਾਲੇ, ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ। ਜਹਦਰ ਜੋਰਾ ਸਿੰਘ ਜੀ ਜਿਹੜੇ ਹਮੇਸ਼ਾ ਜਹਦਰ ਰਘਬੀਰ ਸਿੰਘ ਜੀ ਸਹਾਰਨ ਮਾਜਰਾ ਦੇ ਨਾਲ ਉਹਨਾਂ ਦੀ ਸੱਜੀ ਬਾਂਹ ਬਣ ਕੇ ਸਮਾਜ ਵਿੱਚ ਵਿਚਰਦੇ ਨੇ, ਉਹ ਵੀ ਉਚੇਚੇ ਤੌਰ 'ਤੇ ਸਾਡੇ ਵਿੱਚ ਮਹਿਮਾਨ ਨੇ, ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ। ਇਸ ਮੰਦਰਾਂ ਦੀ ਸੇਵਾ ਦੇ ਵਿੱਚ ਕੁਝ ਵੀਰਾਂ ਨੇ ਬੜੀ ਵਿਸ਼ੇਸ਼ ਰੁਚੀ ਦਿਖਾ ਕੇ ਵੱਖ-ਵੱਖ ਕਾਰਜ ਜਿਹੜੇ ਨੇ ਉਹ ਨੇਪਰੇ ਚਾੜੇ ਨੇ, ਜਿਨ੍ਹਾਂ ਦੇ ਵਿੱਚ ਸਰਦਾਰ ਜਤਿੰਦਰਪਾਲ ਸਿੰਘ ਜੀ ਜੋਤੀ ਮੋਹਾਲੀ ਤੋਂ ਨੇ। ਇਸ ਸਾਰੇ ਸੱਜਣ ਜਿਨ੍ਹਾਂ ਨੇ ਇੱਥੇ ਵੱਖ-ਵੱਖ ਸੇਵਾ ਨਿਭਾਈ ਹੈ, ਉਹਨਾਂ ਨੂੰ ਵੀ ਇੱਥੋਂ ਗੁਰੂ ਘਰ ਤੋਂ ਬਖਸ਼ਿਸ਼ ਜਿਹੜੀ ਸਰੋਪੇ ਦੀ ਉਹ ਦਿੱਤੀ ਜਾਵੇਗੀ। ਮੈਂ ਸਭ ਤੋਂ ਪਹਿਲਾਂ ਹੁਣ ਬੇਨਤੀ ਕਰਾਂਗਾ, ਮੈਂ ਕਿਤੇ ਵਿਸਰ ਨਾ ਜਾਵਾਂ, ਇਹ ਜਿਹੜੇ ਛੋਟੇ-ਛੋਟੇ ਵੀਰ ਦੋ ਇੱਥੇ ਕਾਰਜ ਨਿਭਾ ਰਹੇ ਆ ਨਾ, TRC YouTube ਚੈਨਲ ਹੈ ਢੁਡਾਣੀ ਤੋਂ, ਇਹ ਉਹ ਬੱਚੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਮੈਂ ਬੇਨਤੀ ਕਰਦਾ, ਇਹ ਬੱਚਾ ਇਕਬਾਲ ਸਿੰਘ ਢੁਡਾਣੀ, ਜਗਤਾਰ ਸਿੰਘ ਢੁਡਾਣੀ ਹੁਣਾਂ ਦੇ ਇਹ ਬੱਚੇ ਨੇ। ਮੈਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਹਮੇਸ਼ਾ ਵਾਸਤੇ ਇਹਨਾਂ ਨੂੰ ਸਿੱਖੀ ਸਰੂਪ ਤੇ ਸਿੱਖੀ ਦੀ ਸੇਵਾ ਕਰਨ ਦਾ ਜਜ਼ਬਾ ਜਿਹੜਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਰਹਿਣ। ਹੁਣ ਮੈਂ ਬੇਨਤੀ ਕਰਾਂਗਾ ਆਪਣੇ ਅਤੀ ਸਤਿਕਾਰਯੋਗ ਮੈਂਬਰ ਸਰਦਾਰ ਰਘਬੀਰ ਸਿੰਘ ਜੀ ਸਹਾਰਨ ਮਾਜਰਾ, ਮੈਨੇਜਰ ਗੁਰਜੀਤ ਸਿੰਘ ਜੀ ਔਰ ਬਾਬਾ ਜੀ ਉਹਨਾਂ ਦੇ ਚਰਨਾਂ ਵਿੱਚ ਕਿ ਉਹ ਬਾਬਾ ਅਵਤਾਰ ਸਿੰਘ ਜੀ ਧੂਲਕੋਟ ਵਾਲੇ ਜਿਨ੍ਹਾਂ ਨੇ ਇਹ ਮਹਾਨ ਕਾਰਜ ਸੇਵਾ ਨਿਭਾਈ ਹੈ, ਉਹਨਾਂ ਨੂੰ ਸਿਰੋਂ ਪੌ ਦੀ ਬਖਸ਼ਿਸ਼ ਕਰਨਗੇ। ਜੋਰਾ ਸਿੰਘ ਹੁਣਾਂ ਨੂੰ ਵੀ ਬੇਨਤੀ ਹੈ ਕਿ ਬੋਲੇ ਸੋ ਨਿਹਾਲ ਵੀਰੇ ਮਗਨ ਹੋ ਛੇਵੀਂ ਪਾਤਸ਼ਾਹ ਦੀ ਸ਼ੋਭ ਪ੍ਰਾਪਤ ਸਥਾਨ ਗੁਰਦੁਆਰਾ ਭੋਲਾ ਸਾਹਿਬ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹੁਤ ਸਤਿਕਾਰਯੋਗ ਸੰਤ ਅਵਤਾਰ ਸਿੰਘ ਜੀ ਧੂਲਕੋਟ ਸਾਹਿਬ, ਬਹੁਤ ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ, ਬਹੁਤ ਸਤਿਕਾਰਯੋਗ ਬਾਬਾ ਧਰਮਪਾਲ ਜੀ, ਧਨੋਟ ਵਾਲੇ ਮੈਨੇਜਰ ਗੁਰਜੀਤ ਸਿੰਘ ਜੀ, ਪਰਮਜੀਤ ਸਿੰਘ ਜੀ ਪ੍ਰਚਾਰਕ, ਸਾਰਾ ਸਾਡਾ ਸਮੂਹ ਸਟਾਫ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਾਰੇ ਇਲਾਕੇ ਦੇ ਪ੍ਰਧਾਨ ਤੇ ਸੱਜਣ ਵੀਰੋ ਤੇ ਭੈਣੋ, ਸਾਰਿਆਂ ਨੂੰ ਫਤਿਹ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਦਾ ਦਰ ਕਰੇ। ਬਹੁਤ ਖੁਸ਼ੀ ਦਾ ਦਿਹਾੜਾ ਹੈ ਕਿ ਪਰਸੋਂ ਰੋਜ਼ ਤੋਂ ਗੁਰਬਾਣੀ ਦੇ ਪ੍ਰਵਾਹ ਚੱਲੇ ਨੇ ਤੇ ਅੱਜ ਭੋਗ ਪਏ ਨੇ। ਉਸ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਹੋਇਆ। ਬਹੁਤ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਧੂਲਕੋਟ ਵਾਲੇ ਨੇ ਦੀਵਾਨ ਸਜਾਇਆ ਤੇ ਇਸ ਘਰ ਦੀ ਸੇਵਾ ਕਰਾਈ ਹੈ, ਗੁਰੂ ਦਾ ਘਰ ਬਣਾਇਆ, ਕਿਉਂਕਿ ਗੁਰੂ ਦਾ ਘਰ ਹੈ ਜਿਹੜਾ ਹਮੇਸ਼ਾ ਸਭ ਤੋਂ ਵਧੀਆ ਹੀ ਹੁੰਦਾ ਹੈ। ਬਹੁਤ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਧੂਲਕੋਟ ਵਾਲੇ ਨੇ ਬਹੁਤ ਵਧੀਆ ਇਹ ਜਿਹੜਾ ਸਥਾਨ ਹੈ ਗੁਰੂ ਘਰ ਦਾ ਬਣਾਇਆ ਤੇ ਮੈਂ ਇਹਨਾਂ ਨੂੰ ਜਿੱਥੇ ਲੱਖ ਲੱਖ ਵਧਾਈ ਦਿੰਦਾ, ਉੱਥੇ ਇਹਨਾਂ ਦਾ ਧੰਨਵਾਦ ਵੀ ਕਰਦਾ। ਜਿੰਨੀ ਵੀ ਇਹਨਾਂ ਦੇ ਨਾਲ ਸੰਗਤ ਆਈ ਹੈ, ਸੰਤ ਮਹਾਂਪੁਰਸ਼ ਆਏ ਨੇ, ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਇੱਥੇ ਗੁਰੂ ਸਾਹਿਬ ਹੋ ਕੇ ਮਸਤਕ ਹੋ ਕੇ ਚਰਨ ਪਾਏ ਤੇ ਸੰਗਤਾਂ ਦੇ ਵੈਕੁੰਠ ਧਾਮ ਬਣਿਆ ਤੇ ਬਾਬਾ ਜੀ ਨੇ ਬਹੁਤ ਹੀ ਰਸ ਭਿੰਨਾ ਗੀਤ ਨਾਲ ਜਿਹੜਾ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜੇ। ਮੈਂ ਕੀ ਸਿਫਤ ਕਰਾਂ ਬਾਬਾ ਅਵਤਾਰ ਸਿੰਘ ਧੂਲਕੋਟ ਵਾਲਿਆਂ ਦੀ, ਜਿਵੇਂ ਮਿਹਨਤ ਕਰਕੇ ਇਹਨਾਂ ਨੇ ਇਸ ਸਥਾਨ ਨੂੰ ਸਜਾਇਆ ਹੈ। ਮੈਂ ਮੇਰੇ ਕੋਲ ਲਫ਼ਜ਼ ਵੀ ਅਲਫਾਜ਼ ਨਹੀਂ ਹੈ ਕਿ ਇਹਨਾਂ ਦਾ ਮੈਂ ਕੋਟਨ ਧੰਨਵਾਦ ਕਰਦਾ। ਬਹੁਤ ਹੀ ਗੁਰੂ ਘਰ ਦਾ ਜਿਹੜਾ ਸ਼ਾਨਦਾਰ ਇਹਨਾਂ ਨੇ ਸਥਾਨ ਬਣਾਇਆ, ਕਿਉਂਕਿ ਗੁਰੂ ਦਾ ਸਾਡਾ ਘਰ ਹੋਣਾ ਵੀ ਇਹ ਜਿਹਾ ਚਾਹੀਦਾ। ਤੇ ਬਾਬਾ ਜੀ ਨੇ ਜਿੱਥੇ ਪਹਿਲਾਂ ਵੀ ਸਾਡੇ ਤੋਂ ਪਰਮਜੀਤ ਸਿੰਘ ਜੀ ਸਾਡੇ ਪ੍ਰਚਾਰਕ ਗੱਲ ਕਰਕੇ ਗਏ ਨੇ ਕਿ ਉਹ ਕਾਰ ਸੇਵਾ ਵਾਲੇ ਬਾਬੇ ਨੇ ਜਿਹੜੇ ਗੋਲ ਕਰ ਆ ਕੇ ਗੁਰੂ ਘਰ ਦੀ ਸੇਵਾ ਕਰਾਉਂਦੇ, ਕਦੇ ਇੱਕ ਪੈਸਾ ਵੀ ਇਸ ਨਗਰ ਚੋਂ ਜਾਂ ਇਲਾਕੇ ਚੋਂ ਇਕੱਠਾ ਨਹੀਂ ਕੀਤਾ, ਬਾਹਰੋਂ ਆ ਕੇ ਸੇਵਾ ਕਰਾਈ ਹੈ ਇਸ ਗੁਰਪੁਰਬ ਦੀ। ਮੈਂ ਇਹਨਾਂ ਦਾ ਕੋਟਨ ਧੰਨਵਾਦ
ਇੱਥੇ ਹੀ ਵਸਣੀ। ਤੇ ਬਾਬਾ ਜੀ ਨੇ ਬੜਾ, ਕਿਉਂਕਿ ਮੈਨੂੰ ਇਸ ਸ਼੍ਰੋਮਣੀ ਗੁਰਦੁਆਰਾ ਮੁਕਤਸਰ ਦੇ ਲੰਬੇ ਸਮੇਂ ਤੋਂ ਸੇਵਾ ਕਰਨ ਦਾ ਮੌਕਾ ਮਿਲਿਆ 2004 ਤੋਂ 16-17 ਸਾਲ ਹੋ ਗਏ ਨੇ। ਤੇ ਬਾਬਾ ਜੀ ਗੱਲ ਕਰਦੇ ਨੇ ਹਮੇਸ਼ਾ ਹੀ, ਕਹਿੰਦੇ ਜਿੰਨੀ ਮੈਨੂੰ ਸ਼ਾਂਤੀ ਆ ਕੇ ਛੇਵੇਂ ਪਾਤਸ਼ਾਹ ਦੇ ਸਥਾਨ ਚੋਲਾ ਸਾਹਿਬ ਤੇ ਜਾਂ ਇੱਥੇ ਆ ਕੇ ਮਿਲਦੀ ਆ ਘਰਾਣੀ ਕਲਾਂ ਨਗਰ 'ਚ, ਤੇ ਹੋਰ ਕਿਤੇ ਨਹੀਂ ਮਿਲਦੀ। ਤੇ ਮੇਰਾ ਹਮੇਸ਼ਾ ਹੀ ਜਿਹੜਾ ਗੇੜਾ ਉਹ ਇੱਥੇ ਲੱਗਦਾ ਹੀ ਰਹਿੰਦਾ, ਆ ਕੇ ਮੈਨੂੰ ਸ਼ਾਂਤੀ ਮਿਲਦੀ ਹੈ। ਮੇਰਾ ਜਿੰਨਾ ਇਸ ਸਥਾਨ ਤੇ ਇਸ ਨਗਰ ਤੇ ਸ਼ਰਧਾ ਘਰਾਣੀ ਕਲਾਂ ਤੇ ਹੋਰ ਕਿਤੇ ਸ਼ਰਧਾ ਨਹੀਂ, ਕਿਉਂਕਿ ਗੁਰੂ ਸਾਹਿਬ ਵੀ ਬਹੁਤ ਲੰਬਾ ਸਮਾਂ ਇਸ ਨਗਰ 'ਚ ਰਹੇ। ਕਰਮਾਂ ਵਾਲਾ ਪਿੰਡ, ਧੰਨਵਾਦੀ ਅਸੀਂ ਨਗਰ ਨਿਵਾਸੀਆਂ ਦੇ ਸਾਰਿਆਂ ਦੇ, ਜਿਨ੍ਹਾਂ ਨੇ ਗੁਰੂ ਸਾਹਿਬਾਂ ਨੂੰ ਇੱਥੇ ਬਹੁਤ ਲੰਬਾ ਸਮਾਂ ਸੇਵਾ ਕੀਤੀ। ਜਦੋਂ ਗੁਰੂ ਸਾਹਿਬ ਗਵਾਲੀਅਰ ਦੇ ਕਿਲ੍ਹੇ 'ਚੋਂ ਮੁਕਤ ਹੋ ਕੇ 52 ਰਾਜਿਆਂ ਨੂੰ ਚੁਰਾ ਕੇ ਲੈ ਕੇ ਆਏ ਤੇ 52 ਕਲੀਆਂ ਵਾਲਾ ਚੋਲਾ ਵੀ ਇਸ ਸਥਾਨ ਤੇ ਪਿਆ। ਤੇ ਬਾਬਾ ਜੀ ਨੇ ਦੱਸਿਆ ਤੇ 5 ਗ੍ਰੰਥੀ ਵੀ ਪਈ ਆ ਤੇ ਜੋੜਾ ਵੀ ਉਹਨਾਂ ਦਾ ਪਿਆ। ਸੋ ਇਹ ਇਤਿਹਾਸਕ ਚੀਜ਼ਾਂ ਨੇ ਜਿਹੜੀਆਂ ਇਤਿਹਾਸਕ ਨਗਰ 'ਚ ਪਈਆਂ ਨੇ। ਸੋ ਮੈਂ ਬਾਬਾ ਜੀ ਦਾ ਸਾਰੀ ਸੰਗਤ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਤੱਕ ਜਿਹੜਾ ਸਮਾਗਮ ਸੀ ਇਹਦੀ ਆ ਕੇ ਸ਼ੋਭਾ ਵੀ ਵਧਾਈ ਹੈ ਤੇ ਗੁਰੂ ਨੂੰ ਨਮਸਤਕ ਵੀ ਹੋਏ ਹੋ ਤੇ ਗੁਰਬਾਣੀ ਨਾਲ ਵੀ ਜੁੜੇ ਹੋ। ਸੋ ਮੇਰੀ ਬਾਹਲਾ ਮੈਂ ਸਮਾਂ ਨਾ ਲੈਂਦਾ ਕਿ ਗਰਮੀ ਵੀ ਬੜੀ ਹੈ। ਇਹੀ ਤੁਹਾਡਾ ਧੰਨਵਾਦ ਕਰਦਾ ਕਿ ਤੁਹਾਡਾ ਇੱਕ ਕਦਮ ਹੈ ਜਿਹੜਾ ਉਹ ਗੁਰੂ ਮਹਾਰਾਜ ਦੇ ਆ ਕੇ ਨਮਸਤਕ ਹੋਣ ਦਾ ਧੰਨਵਾਦ ਹੈ। ਬਹੁਤ ਤੁਸੀਂ ਆ ਕੇ ਇਸ ਗੁਰੂ ਘਰ ਦੀ ਸ਼ੋਭਾ ਵਧਾਈ ਹੈ। ਸੋ ਮੈਂ ਜਿੱਥੇ ਸਾਰੇ ਬੀਬੀਆਂ ਭੈਣਾਂ ਬੜੀ ਵੱਡੀ ਗਿਣਤੀ 'ਚ ਬੈਠੀਆਂ, ਮੈਂ ਬੇਨਤੀ ਕਰਦਾ ਬੱਚਿਆਂ ਦੇ ਰੋਮਾਂ ਦੀ ਬੇਅਦਬੀ ਨਾ ਕਰੋ। ਮੇਰੀ ਡਿਊਟੀ ਬਣਦੀ ਹੈ, ਮੈਂ ਸ਼੍ਰੋਮਣੀ ਗੁਰਦੁਆਰਾ ਮੁਕਤਸਰ ਕਮੇਟੀ ਦੇ ਹੋਣ ਦੇ ਨਾਤੇ ਤੁਹਾਨੂੰ ਬੇਨਤੀ ਕਰਦਾ, ਬੱਚਿਆਂ ਦੇ ਛੋਟੇ ਬੱਚਿਆਂ ਦੇ ਪੜ੍ਹ ਕੇ ਸਜਾਓ ਮੁੰਡੇ ਕਰਕੇ, ਤੇ ਵੱਡਿਆਂ ਨੂੰ ਵੀ ਸਾਰਿਆਂ ਨੂੰ ਇਹੀ ਪ੍ਰੇਰਨਾ ਵੀ ਆਪਾਂ ਰੋਮਾਂ ਦੀ ਬੇਅਦਬੀ ਨਾ ਕਰੀਏ। ਗੁਰੂ ਸਾਹਿਬ ਨੇ ਇਸ ਪੰਥ ਵਾਸਤੇ ਸਾਰਾ ਆਪਣਾ ਪਰਿਵਾਰ ਹੀ ਕੁਰਬਾਨ ਕਰਤਾ ਦਸ਼ਮੇਸ਼ ਪਿਤਾ ਜੀ ਨੇ, ਤੇ ਇਸ ਕਰਕੇ ਪੰਥ ਨੂੰ ਚੜ੍ਹਦੀ ਕਲਾ 'ਚ ਰੱਖਣ ਵਾਸਤੇ ਆਪਾਂ ਯੋਗਦਾਨ ਪਾਉਣਾ। ਸੋ ਬਹੁਤ ਧੰਨਵਾਦ ਆ। ਮੈਂ ਸਭ ਇਹ ਵੀ ਕਹਿਣਾ ਪੀਓ ਬਹੁਤ ਖੰਡੇ ਭਾਰ ਹੋਵੇ ਜਨਮ ਸਹੇਲਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ। ਇਹ ਸੀ ਸਾਡਾ ਭਲਾ, ਸਾਰਿਆਂ ਦਾ ਭਲਾ ਠੀਕ ਨਾ। ਫਿਰ ਬਹੁਤ ਸਤਿਕਾਰਯੋਗ ਬਾਬਾ ਧੂਪਕੋਟ ਵਾਲਿਆਂ ਦਾ ਹੋਰ ਵੀ ਧੰਨਵਾਦ ਕਰਦਾ। ਇੱਥੇ ਇੱਕ ਇਤਿਹਾਸਕ ਖੂਹ ਸੀਗਾ ਜਿਹੜਾ ਕਿ ਸੰਗਤ ਨੇ ਮਦਦ ਕਰਤਾ ਸੀ ਪਹਿਲਾਂ ਲੈਂਟਰ ਲਾ ਕੇ, ਜੋ ਗੁਰੂ ਸਾਹਿਬ ਚੋਲਾ ਸਾਹਿਬ ਬਹੁਤ ਸਮਾਂ ਰਹੇ, ਅੰਮ੍ਰਿਤਸਰ ਸਾਹਿਬ ਵੀ ਆਏ, ਇੱਥੇ ਵੀ ਰਹੇ, ਗੁਰਦੁਆਰਾ ਦਮਦਮਾ ਸਾਹਿਬ ਵੀ ਆਏ। ਜੋ ਬਾਬਾ ਜੀ ਅਵਤਾਰ ਸਿੰਘ ਜੀ ਉਹਨਾਂ ਨੇ ਇਤਿਹਾਸਕ ਖੂਹ ਦੀ ਕਾਰ ਸੇਵਾ ਵੀ ਸ਼ੁਰੂ ਕਰਵਾ ਦਿੱਤੀ ਹੈ। ਇਸ ਲਈ ਵੀ ਇਹਨਾਂ ਦਾ ਧੰਨਵਾਦ ਕਰਦਾ ਕਿ ਉਹ ਇਤਿਹਾਸਕ ਖੂਹ ਆ ਜਿਹੜਾ ਜਿੱਥੇ ਗੁਰੂ ਸਾਹਿਬ ਜਲ ਛਕਦੇ ਰਹੇ, ਕਿ ਉਹਦੀ ਇਤਿਹਾਸਕ ਸੇਵਾ ਬਾਬਾ ਜੀ ਕਰਾ ਕੇ ਉਹ ਵੀ ਸੰਗਤਾਂ ਨੂੰ ਸਮਰਪਣ ਕਰਨਗੇ। ਸੋ ਬਹੁਤ ਬਹੁਤ ਧੰਨਵਾਦ ਮਹਾਂਪੁਰਖਾਂ ਦਾ। ਬਹੁਤ ਤੁਹਾਨੂੰ ਗੁਰਬਾਣੀ ਨਾਲ ਵੀ ਜੋੜਿਆ ਤੇ ਰੱਬ ਦਾ ਕੀਰਤਨ ਕਰਕੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਇਹੀ ਬੇਨਤੀ ਕਰਦਾ ਆਪਾਂ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ ਤੇ ਰੋਮਾਂ ਦੀ ਬੇਅਦਬੀ ਨਾ ਕਰੀਏ, ਕਿਸੇ ਦਾ ਮਾੜਾ ਨਾ ਕਰੀਏ। ਜੋ ਵੀ ਅੱਜ ਸੰਸਾਰ 'ਚ ਹਾਲਾਤ ਚੱਲ ਰਹੇ ਨੇ ਕੋਈ ਵਾਲੇ ਵਧੀਆ ਨਹੀਂ, ਕਿਉਂਕਿ ਨਫ਼ਰਤ ਬੜੀ ਵੱਧ ਰਹੀ ਆ। ਆਪਾਂ ਨਫ਼ਰਤ ਨੂੰ ਘਟਾਈਏ, ਕਿਸੇ ਨੂੰ ਗੈਰ ਭਾਵਨਾ ਦੀ ਗੱਲ ਨਾ ਕਰੀਏ, ਮਿੱਠਾ ਬੋਲੀਏ, ਹਰੇਕ ਦਾ ਸਤਿਕਾਰ ਕਰੀਏ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਸਾਡੇ ਸਮੂਹ ਸਟਾਫ ਦਾ, ਪ੍ਰਬੰਧਕਾਂ ਦਾ, ਨਗਰ ਨਿਵਾਸੀਆਂ ਦਾ, ਜਿੰਨੇ ਵੀ ਮਹਾਂਪੁਰਸ਼ ਆਏ ਨੇ ਉਹਨਾਂ ਦਾ ਵੀ ਧੰਨਵਾਦ ਆ। ਬਹੁਤ ਬਹੁਤ ਧੰਨਵਾਦ ਆ ਬਾਬਿਆਂ ਦਾ ਜਿਨ੍ਹਾਂ ਨੇ ਇੱਥੇ ਆ ਕੇ ਸਾਡੇ ਇਸ ਕਾਰਜ 'ਚ ਬਹੁਤ ਬੜਾ ਮਹਾਨ ਯੋਗਦਾਨ ਪਾਇਆ ਤੇ ਸ਼ੋਭਾ ਵਧਾਈ ਹੈ। ਸਾਰਿਆਂ ਨੂੰ ਧੰਨਵਾਦ ਕਰਦਾ ਹੈ। ਫਤਿਹ ਬੁਲਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ